ਫਾਈਨੈਂਸ ਮਿਨਿਸਟਰ ਬਿਲ ਮੋਰਨੋ, ਇਹ ਗੱਲਾਂ ਹੁਣ ਆ ਰਹੀਆਂ ਨੇ, ਕਹਿੰਦੇ ਵੀ ਆਪਸ ਦੇ ਵਿੱਚ ਪ੍ਰਧਾਨ ਮੰਤਰੀ ਅਤੇ ਬਿਲ ਮੋਰਨੋ ਦੀ ਜਿਹੜੀ ਰਾਏ ਸੀ ਉਹ ਮਿਲਦੀ ਨਹੀਂ ਸੀ ਕੋਵਿਡ-19 ਦੇ ਰਿਸਪੌਂਸ ਨੂੰ ਲੈ ਕੇ। ਪਹਿਲਾਂ ਤਾਂ ਇਹ ਗੱਲ ਆਈ, ਕਹਿੰਦੇ ਵੀ ਜਿਹੜਾ 10% ਵਾਲੀ ਵੇਜ ਸਬਸਿਡੀ ਸੀ ਜਿਹਨੂੰ ਵਧਾ ਕੇ 75% ਕੀਤਾ ਗਿਆ ਸੀ, ਬਿਲ ਮੋਰਨੋ ਉਹਦੇ ਹੱਕ 'ਚ ਨਹੀਂ ਸੀ। ਫਿਰ CERB ਨੂੰ EI ਦੇ ਵਿੱਚ ਟਰਾਂਜੀਸ਼ਨ ਕਰਨ ਨੂੰ ਲੈ ਕੇ ਵੀ ਦੋਹਾਂ ਦੇ ਵਿੱਚ ਕੁਝ ਖਿੱਚੋਤਾਣ ਰਹੀ। ਹੁਣ ਗੱਲ ਇਹ ਆਈ ਹੈ ਵੀ ਇੱਕ ਤਾਂ ਬੈਂਕ ਆਫ ਕੈਨੇਡਾ ਦੇ ਸਾਬਕਾ ਗਵਰਨਰ ਮਾਈਕ ਕਾਰਨੀ, ਜਿਹੜੇ ਕਿ ਜਦੋਂ 2008-9 ਵਾਲਾ ਫਾਈਨੈਂਸ਼ੀਅਲ ਕ੍ਰਾਈਸਿਸ ਆਇਆ ਸੀ, ਉਸ ਵੇਲੇ ਉਹ ਬੈਂਕ ਆਫ ਕੈਨੇਡਾ ਦੇ ਗਵਰਨਰ ਸੀ। ਇੱਕ ਤਾਂ ਉਹ ਵਾਪਸ ਕੈਨੇਡਾ ਆ ਗਏ ਨੇ, ਕਿਉਂਕਿ ਉਸ ਤੋਂ ਬਾਅਦ ਉਹ ਬੈਂਕ ਆਫ ਇੰਗਲੈਂਡ ਦੇ ਗਵਰਨਰ ਬਣ ਗਏ ਸੀ। ਉੱਧਰੋਂ ਜਦੋਂ ਬ੍ਰੈਗਜ਼ਿਟ ਹੋ ਰਿਹਾ ਸੀ ਤਾਂ ਬ੍ਰੈਗਜ਼ਿਟ ਦੇ ਥਰੂ ਉਹਨਾਂ ਨੇ ਇੰਗਲੈਂਡ ਨੂੰ ਗਾਈਡ ਕੀਤਾ। ਉਹਨਾਂ ਦੀ ਵਾਪਸੀ 'ਤੇ ਹੁਣ ਉਸ ਤੋਂ ਪਹਿਲਾਂ ਹੀ ਟਰੂਡੋ ਨੇ ਉਹਨਾਂ ਨੂੰ ਆਪਣੇ ਸਪੈਸ਼ਲ ਸਲਾਹਕਾਰ ਵਜੋਂ ਅਨਓਫੀਸ਼ਲੀ, ਜਿਵੇਂ ਤੁਸੀਂ ਦੱਸਿਆ ਬ੍ਰੇਕ ਤੋਂ ਪਹਿਲਾਂ, ਉਹਨਾਂ ਨੂੰ ਨਿਯੁਕਤ ਕਰ ਲਿਆ। ਅਤੇ ਮਾਰਕ ਕਾਰਨੀ ਦਾ ਕੈਨੇਡਾ ਦੇ ਵਿੱਚ ਵਾਪਸ ਆਉਣਾ ਕੀ ਬਿਲ ਮੋਰਨੋ ਵਾਸਤੇ ਖਤਰੇ ਦੀ ਘੰਟੀ ਹੋ ਸਕਦਾ? ਸੋ ਵਿਜੇ, ਜਦੋਂ ਇਹ ਸਾਰੇ ਵੀ ਚੈਰਿਟੀ ਬਾਰੇ ਗੱਲਬਾਤ ਚੱਲ ਰਹੀ ਸੀ, ਜਿਹੜਾ ਵੀ ਸਾਰਾ ਸਕੈਂਡਲ ਸਾਹਮਣੇ ਆਇਆ, ਹੁਣ ਇਹਨੂੰ ਸਕੈਂਡਲ ਕਹਿਣਾ ਹੁਣ ਮੇਰੇ ਖਿਆਲ ਸੇਫ ਹੈ। ਅਤੇ ਉਦੋਂ ਅਸੀਂ ਬਹੁਤ ਵਾਰ ਗੱਲ ਕੀਤੀ ਹੈ ਕਿ ਕਿਸੇ ਨਾ ਕਿਸੇ ਦੀ ਬਲੀ ਤਾਂ ਚੜ੍ਹਨੀ ਹੈ। ਸੋ ਬਲੀ ਦਾ ਬੱਕਰਾ ਕੌਣ ਹੋਏਗਾ? ਹੂ ਵਿਲ ਬੀ ਦਾ ਸਕੇਪਗੋਟ? ਅਤੇ ਬਾਰ-ਬਾਰ ਗੱਲ ਉੱਠਦੀ ਸੀ ਕਿ ਕੀ ਬਿਲ ਮੋਰਨੋ ਦੀ ਹੁਣ ਜੌਬ ਖਤਰੇ 'ਚ ਹੋਏਗੀ? ਪਰ ਮੈਂ ਪਰਸਨਲੀ ਆਈ ਵਾਜ਼ ਨੈਵਰ ਰੈਡੀ ਟੂ ਬਾਈ ਇਟ ਜੀ, ਕਿ ਬਿਲ ਮੋਰਨੋ ਨਹੀਂ ਆ, ਲੱਗਦਾ ਨਹੀਂ ਸੀ, ਹੈ ਨਾ। ਉਹ ਇੰਨਾ ਸੀਨੀਅਰ ਮਿਨਿਸਟਰ ਹੈ, ਉਹਨਾਂ ਦੀ ਟਰੂਡੋ ਨਾਲ ਬਹੁਤ ਨੇੜਤਾ ਹੈ, ਅਤੇ ਯਾਰ ਮਕੇਨ ਵਾਲਿਆਂ ਦਾ ਜਵਾਈ ਹੈ, ਕੋਈ ਛੋਟੀ ਮੋਟੀ ਗੱਲ ਥੋੜ੍ਹੀ ਹੈ। ਪਾਵਰਫੁਲ ਫੈਮਿਲੀ ਨੂੰ ਬਿਲੋਂਗ ਕਰਦੇ ਨੇ। ਆਪਾਂ ਫਰਾਈਆਂ ਖਾਂਦੇ ਹਾਂ, ਫਰਾਈਆਂ ਉਹਨਾਂ ਦਾ ਜਵਾਈ ਹੈ ਮਕੇਨ ਦਾ। ਮਕੇਨਸ ਦੇ ਕਾਫੀ ਪੋਪੂਲਰ ਜਿਹੜੇ ਬ੍ਰਾਂਡ ਹੈ ਫੂਡ ਆਈਟਮਸ ਦੇ, ਪ੍ਰੋਸੈਸਡ ਫੂਡਸ ਦਾ, ਅਤੇ ਹੀ ਇਜ਼ ਮੈਰਿਡ ਟੂ ਦੇਅਰ ਡਾਟਰ। ਆਈ ਵਾਜ਼ ਨੈਵਰ ਰੈਡੀ ਟੂ ਬਾਈ ਦੈਟ। ਪਰ ਹੁਣ ਮੀਡੀਆ ਦੇ ਵਿੱਚ ਸੋਰਸਿਸ ਦਾ ਹਵਾਲਾ ਦੇ ਕੇ, ਸੂਤਰਾਂ ਦਾ ਹਵਾਲਾ ਦੇ ਕੇ ਖਬਰਾਂ ਆ ਗਈਆਂ ਨੇ, ਜਾਂ ਖਬਰਾਂ ਲਗਵਾਈਆਂ ਜਾ ਰਹੀਆਂ ਨੇ ਕਿ ਹੋ ਸਕਦਾ ਕਿ ਰੀਸ਼ਫਲ ਕੀਤੀ ਜਾਵੇ ਕੈਬਨਿਟ ਜਸਟਿਨ ਟਰੂਡੋ ਵੱਲੋਂ ਬਿਫੋਰ ਦ ਫਾਲ ਸੈਸ਼ਨ ਆਫ ਪਾਰਲੀਮੈਂਟ ਜੀ। ਅਤੇ ਉਹਦੇ ਵਿੱਚ ਗੱਲ ਆ ਰਹੀ ਹੈ ਕਿ ਹੋ ਸਕਦਾ ਹੈ ਕਿ ਫਾਈਨੈਂਸ ਮਿਨਿਸਟਰੀ ਦਾ ਜਿਹੜਾ ਪੋਰਟਫੋਲੀਓ ਹੈ ਉਹ ਵਾਪਸ ਲੈ ਲਿਆ ਜਾਵੇ ਬਿਲ ਮੋਰਨੋ ਕੋਲੋਂ, ਅਤੇ ਉਹਨਾਂ ਨੂੰ ਕਿਸੇ ਹੋਰ ਮਿਨਿਸਟਰੀ ਦੇ ਵਿੱਚ ਪਾ ਦਿੱਤਾ ਜਾਵੇ ਜੀ। ਪਰ ਸੂਤਰਾਂ ਦਾ ਇੱਕ ਹੋਰ ਸੈੱਟ ਵੀ ਹੈਗਾ, ਜਿਨ੍ਹਾਂ ਦੇ ਹਵਾਲੇ ਤੋਂ ਖਬਰ ਆਈ ਹੈ ਕਿ ਬਿਲ ਮੋਰਨੋ ਨੇ ਇਹ ਕਿਹਾ ਕਿ ਜੇਕਰ ਮੈਨੂੰ ਕਿਸੇ ਹੋਰ ਡਿਪਾਰਟਮੈਂਟ 'ਚ ਪਾਇਆ ਤਾਂ ਮੈਂ ਪੋਲੀਟਿਕਸ ਹੀ ਛੱਡ ਦੇਣੀ ਆ, ਜੇ ਡਿਮੋਟ ਕੀਤਾ ਗਿਆ ਜਾਂ ਕੁਝ ਵੀ ਅਜਿਹਾ ਹੋਇਆ। ਪਰ ਇਸ ਵੇਲੇ ਫਾਈਨੈਂਸ ਮਿਨਿਸਟਰ ਦੇ ਦਫ਼ਤਰ ਵੱਲੋਂ ਜੋ ਸਟੇਟਮੈਂਟ ਦਿੱਤੀ ਗਈ, ਉਹ ਕਹਿੰਦੇ ਨਹੀਂ, ਬਿਲ ਮੋਰਨੋ ਦਾ ਪੂਰਾ ਧਿਆਨ ਇਸ ਗੱਲ ਵੱਲ ਹੈ ਕਿ ਕੋਵਿਡ-19 ਤੋਂ ਬਾਅਦ ਇਕਨੋਮਿਕ ਰਿਕਵਰੀ ਕਿਵੇਂ ਹੋਣੀ ਹੈ। ਸੋ ਉੱਧਰ ਉਹ ਕੰਮ ਕਰਨਾ ਜਾਰੀ ਰੱਖ ਰਹੇ ਨੇ। ਪਰ ਹੁਣ ਗੱਲ ਇਹ ਆਉਂਦੀ ਹੈ ਕਿ ਮਾਰਕ ਕਾਰਨੀ ਦਾ ਵਾਪਸ ਆ ਜਾਣਾ, ਅਤੇ ਉਹਨਾਂ ਦਾ ਇੱਕ ਇੰਨਾ ਇੰਪ੍ਰੈਸਿਵ ਰੈਜ਼ੂਮੇ ਹੈ ਇਕਨੋਮਿਕ ਇਸ਼ੂਜ਼ ਨੂੰ ਡੀਲ ਕਰਨ ਦਾ। ਜੇ ਮਾਰਕ ਕਾਰਨੀਏ ਨੂੰ ਲੈਟਸ ਸੇ ਕੈਬਨਿਟ ਰੀਸ਼ਫਲ ਦੇ ਵਿੱਚ ਜੇ ਪ੍ਰਧਾਨ ਮੰਤਰੀ ਚਾਹੁੰਦੇ ਨੇ ਕਿ ਉਹਨਾਂ ਨੂੰ ਥਾਪ ਲਿਆ ਜਾਵੇ ਐਜ਼ ਦੀ ਫਾਈਨੈਂਸ ਮਿਨਿਸਟਰ, ਤਾਂ ਇਲੈਕਸ਼ਨ ਜਿੱਤਣਾ ਪੈਣਾ। ਅੱਛਾ, ਇੰਟਰਸਟਿੰਗਲੀ ਯਾਰਕ ਸੈਂਟਰ ਦੇ ਵਿੱਚ ਪਿਛਲੇ ਹਫ਼ਤੇ, ਇਹ ਟੋਰਾਂਟੋ ਦੀ ਰਾਈਡਿੰਗ ਆ, ਉਹਨਾਂ ਦੇ ਮੈਂਬਰ ਕਿਤੇ ਆਪਣਾ ਯਾਰਕ ਸੈਂਟਰ ਨਹੀਂ ਉਹ ਯਾਰ, ਹਾਂ ਅੱਛਾ ਇਹ ਵਾਲਾ ਯਾਰਕ ਸੈਂਟਰ ਟੋਰਾਂਟੋ ਦੀ ਰਾਈਡਿੰਗ, ਕੰਨ ਖੜੇ ਹੋ ਗਏ ਸੀ, ਹੈਗੇ ਯਾਰਕ ਸੈਂਟਰ ਇੱਥੇ ਕੀ ਹੋਇਆ? I actually had not made that connection. ਪਰ ਉੱਥੇ ਲਿਬਰਲ MP ਨੇ ਮਾਈਕਲ ਲਿਵਿਟ ਨੇ ਪਿਛਲੇ ਹਫ਼ਤੇ ਆਪਣੀ ਸੀਟ ਕੁਇਟ ਕੀਤੀ ਆ, ਅਤੇ ਉਹਨਾਂ ਨੇ ਇੱਕ ਹੋਲੋਕਾਸਟ ਸਟੱਡੀਜ਼ ਦਾ ਸੈਂਟਰ ਹੈ, ਅਤੇ ਉਸ ਦੇ ਪ੍ਰੈਜ਼ੀਡੈਂਟ ਵਜੋਂ ਉਹਨਾਂ ਨੇ ਜੋਬ ਐਕਸੈਪਟ ਕਰ ਲਈ ਆ। ਸੋ ਜਿਹੜੀ ਉਹ ਸੀਟ ਖਾਲੀ ਹੋਈ, ਇੱਕ ਤਾਂ ਇਹ ਨਾਲ ਹੀ ਸਪੈਕੂਲੇਸ਼ਨ ਸ਼ੁਰੂ ਹੋ ਗਈ ਵੀ ਕਿਤੇ ਇੱਥੋਂ ਤਾਂ ਨਹੀਂ ਬਾਈ ਇਲੈਕਸ਼ਨ ਮਾਰਕ ਕਾਰਨੀਏ ਲੜਨਗੇ। ਮਾਰਕ ਕਾਰਨੀਏ ਪਹਿਲਾਂ ਵੀ ਪੋਲੀਟੀਕਲ ਸਫੇਅਰ ਦੇ ਵਿੱਚ ਐਂਟਰ ਕਰਨ ਵਾਸਤੇ ਕੋਸ਼ਿਸ਼ਾਂ ਕਰ ਚੁੱਕੇ ਨੇ। 2012 ਦੇ ਵਿੱਚ ਜਦੋਂ ਫੈਡਰਲ ਲਿਬਰਲ ਪਾਰਟੀ ਦੀ ਜਿਹੜੀ ਸਥਿਤੀ ਸੀ ਬਹੁਤ ਡਾਵਾਡੋਲ ਸੀ, ਉਦੋਂ ਇਹਨਾਂ ਨੇ ਲਿਬਰਲ ਲੀਡਰਸ਼ਿਪ ਵਾਸਤੇ ਵੀ ਵਿਚਾਰ ਬਣਾਇਆ ਸੀ। ਪਰ ਸਾਨੂੰ ਪਤਾ ਵੀ ਫਿਰ ਲਿਬਰਲ ਲੀਡਰ 'ਤੇ ਬਣ ਗਏ ਜਸਟਿਨ ਟਰੂਡੋ। ਐਂਡ ਦੈਨ ਪਿਛਲੇ ਸਾਲ ਜਦੋਂ 2019 ਦਾ ਇਲੈਕਸ਼ਨ ਸੀ, ਉਦੋਂ ਵੀ ਮਾਰਕ ਕਾਰਨੀ ਨੂੰ ਅਪਰੋਚ ਕੀਤਾ ਗਿਆ ਸੀ ਲਿਬਰਲ ਪਾਰਟੀ ਵੱਲੋਂ ਕਿ ਜੀ ਸਾਡੇ ਕੈਂਡੀਡੇਟ ਬਣ ਕੇ ਤੁਸੀਂ ਇਲੈਕਸ਼ਨ ਲੜ ਲਓ, ਅਤੇ ਉਦੋਂ ਟਾਈਮਿੰਗ ਉਹਨਾਂ ਵਾਸਤੇ ਸਹੀ ਨਹੀਂ ਸੀ, ਕਿਉਂਕਿ ਉਹਨਾਂ ਨੇ ਕਿਹਾ ਸੀ ਵੀ ਮੈਂ ਬੈਂਕ ਆਫ ਇੰਗਲੈਂਡ ਨੂੰ ਕਮਿਟਮੈਂਟ ਕੀਤੀ ਹੋਈ ਆ ਕਿ ਜਦੋਂ ਤੱਕ ਬ੍ਰੈਗਜ਼ਿਟ ਪੂਰੀ ਤਰ੍ਹਾਂ ਥਰੂ ਨਹੀਂ ਹੋ ਜਾਂਦਾ, ਮੈਂ ਉੱਥੇ ਰਹਾਂਗਾ ਅਤੇ ਆਪਣੀ ਟਰਮ ਨਿਭਾਵਾਂਗਾ। ਸੋ ਮਾਰਚ 2020 ਦੇ ਵਿੱਚ ਇਹਨਾਂ ਨੇ ਬੈਂਕ ਆਫ ਇੰਗਲੈਂਡ ਛੱਡਿਆ ਐਜ਼ ਗਵਰਨਰ ਜੀ, ਅਤੇ ਉਸ ਤੋਂ ਬਾਅਦ ਹੁਣ UN ਦੇ ਸਪੈਸ਼ਲ ਇਨਵੋਏ ਔਨ ਕਲਾਈਮੇਟ ਐਕਸ਼ਨ ਐਂਡ ਫਾਈਨੈਂਸ। ਸੋ ਵਿਜੇ, ਹੁਣ ਗੱਲ ਇਹ ਆ ਰਹੀ ਹੈ ਕਿ ਮਾਰਕ ਕਾਰਨੀ ਨੂੰ ਉਹਨਾਂ ਦੀ ਥਾਂ ਦੇਣੀ ਬਿਲ ਮੋਰਨੋ ਦੀ, ਇਹ ਥੋੜ੍ਹਾ ਜਿਹਾ ਅਜੇ ਫਾਰ ਫੈਚ ਲੱਗਦਾ, ਕਿਉਂਕਿ ਇਲੈਕਸ਼ਨ ਵਿੱਚ ਉਹਨਾਂ ਨੂੰ ਪਹਿਲਾਂ ਇਲੈਕਟ ਹੋ ਕੇ ਐਜ਼ ਐਨ MP ਆਉਣਾ ਪੈਣਾ।
ਸੋ ਉਹਨਾਂ ਦੀ ਥਾਂ ਤੇ ਹੋਰ ਕੌਣ ਹੋ ਸਕਦਾ? ਤੇ ਨਾਮ ਜਿਹੜੇ ਸਾਹਮਣੇ ਆ ਰਹੇ ਨੇ ਉਹ ਹੈ ਕ੍ਰਿਸਟੀਆ ਫਰੀਲੈਂਡ ਦਾ, ਪਰ ਉਹਨਾਂ ਨੂੰ ਹੁਣ ਕਿਹੜੇ ਅਹੁਦੇ ਦੇ ਦੇਣੇ? ਬਟ ਸ਼ੀ ਇਜ਼ ਦ ਡਿਪਟੀ ਪ੍ਰਾਈਮ ਮਿਨਿਸਟਰ। ਐਗਜ਼ੈਕਟਲੀ। ਤੇ ਉਹਨਾਂ ਨੂੰ ਜਿਹੜੇ ਪ੍ਰੋਵਿੰਸਿਸ ਦੇ ਨਾਲ ਰਿਲੇਸ਼ਨਸ ਦੀ ਵੀ ਜ਼ਿੰਮੇਵਾਰੀ ਦਿੱਤੀ ਗਈ ਹੈ, ਉਹਨਾਂ ਨੂੰ ਫੋਰਨ ਅਫੇਅਰਸ ਦੀ ਵੀ ਜ਼ਿੰਮੇਵਾਰੀ ਦਿੱਤੀ ਗਈ ਹੈ। ਜਦੋਂ ਕਿਤੇ ਟਰੰਪ ਵਾਲਾ ਕੋਈ ਵੀ ਇਸ਼ੂ ਪੈਂਦਾ ਉੱਥੇ ਕ੍ਰਿਸਟੀਆ ਫਰੀਲੈਂਡ ਮੂਹਰੇ ਹੁੰਦੇ ਨੇ। ਉਸ ਤੋਂ ਬਾਅਦ ਫਿਰ ਆ ਗਈ ਗੱਲ ਫਰਾਂਸਵਾ ਫਿਲਿਪ ਸ਼ੈਂਪੇਨ ਦੀ, ਤੇ ਉਹ ਫੋਰਨ ਅਫੇਅਰਸ ਮਿਨਿਸਟਰ ਨੇ। ਫਿਰ ਨਾਮ ਆਉਂਦਾ ਜੌਨ-ਇਵ ਡੂਕਲੋ, ਜਿਹੜੇ ਕਿ ਟ੍ਰੈਜਰੀ ਬੋਰਡ ਦੇ ਚੇਅਰ ਨੇ, ਤੇ ਇਹ ਪਹਿਲਾਂ ਮੇਰਾ ਖਿਆਲ ਹਾਊਸਿੰਗ ਮਿਨਿਸਟਰ ਵੀ ਰਹਿ ਚੁੱਕੇ ਹੈ, ਤੇ ਇਹਨਾਂ ਨੂੰ ਫਾਈਨੈਂਸ ਦੀ ਜਾਣਕਾਰੀ ਵੀ ਹੈਗੀ ਹੈ। ਸੋ ਹੀ ਕੁਡ ਬੀ ਦਾ ਪ੍ਰੋਬੇਬਲ ਨੇਮ। ਪਰ ਅੱਛਾ, ਤੁਸੀਂ ਦੇਖੋ, ਜਿਹੜੇ ਪਹਿਲਾਂ ਤੁਸੀਂ ਬਰੀਫਲੀ ਮੈਂਸ਼ਨ ਵੀ ਕੀਤਾ ਕਿ ਇਹ ਗੱਲ ਸਾਹਮਣੇ ਆਈ ਕਿਉਂ ਕਿ ਜਸਟਿਨ ਟਰੂਡੋ ਤੇ ਬਿਲ ਮੋਰਨੋ, ਜਿਨ੍ਹਾਂ ਨੂੰ ਘਿਓ ਸ਼ੱਕਰ ਮਤਲਬ ਇਕੱਠੇ ਸਮਝਿਆ ਜਾਂਦਾ ਵੀ ਇਹ ਤਾਂ ਬਹੁਤ ਘਨਿਸ਼ਟ ਮਿੱਤਰ ਹੈਗੇ, ਜਿਹਨੂੰ ਕਹਿੰਦੇ ਹਿੰਦੀ 'ਚ ਬਹੁਤ ਗੂੜੇ ਦੋਸਤ, ਯਾਰ ਮਿੱਤਰ ਨੇ, ਉਹਨਾਂ ਦੇ ਵਿੱਚ ਹੁਣ ਇਹ ਜਿਹੜਾ ਪਾੜਾ ਪਿਆ, ਇਹ ਕਿਉਂ ਰਿਪੋਰਟ ਸਾਹਮਣੇ ਆਈਆਂ? ਸੋ ਤੁਸੀਂ ਬਰੀਫਲੀ ਦੱਸਿਆ ਕਿ ਜਿਹੜਾ ਇੱਕ ਤਾਂ ਵੇਜ ਸਬਸਿਡੀ ਨੂੰ ਲੈ ਕੇ ਪਹਿਲਾਂ 10% ਦੀ ਵੇਜ ਸਬਸਿਡੀ ਦਾ ਐਲਾਨ ਕੀਤਾ ਗਿਆ ਸੀ ਜਸਟਿਨ ਟਰੂਡੋ ਵੱਲੋਂ, ਤੇ ਬਾਅਦ ਵਿੱਚ ਜਦੋਂ ਪੋਲੀਟੀਕਲ ਸਰਕਲਸ ਦੇ ਵਿੱਚ ਉਹਦਾ ਬਹੁਤ ਵਿਰੋਧ ਹੋਇਆ, ਤੇ ਜਸਟਿਨ ਟਰੂਡੋ ਨੇ ਦੇਖਿਆ ਕਿ ਇਹ ਤਾਂ ਅਸੀਂ ਤਾਂ ਪੈਸੇ ਖਰਚ ਕਰ ਰਹੇ ਹਾਂ, ਪਰ ਉਲਟਾ ਸਾਡੀ ਪੋਪੂਲੈਰਿਟੀ ਨੂੰ ਨੁਕਸਾਨ ਹੋ ਰਿਹਾ, ਤੇ ਉਹਨਾਂ ਨੇ ਕਿਹਾ ਕਿ ਇਹਨੂੰ ਵਧਾਉਣ ਦੀ ਲੋੜ ਹੈ, ਕਿਉਂਕਿ 80% ਤੱਕ ਵੇਜ ਸਬਸਿਡੀ ਦੀ ਡਿਮਾਂਡ ਹੋਣ ਲੱਗ ਪਈ ਸੀ, ਤੇ ਯੂਰੋਪੀਅਨ ਮੁਲਕਾਂ ਦੇ ਵਿੱਚ ਇਹ ਮਾਡਲ ਲਾਗੂ ਹੋ ਚੁੱਕਿਆ ਸੀ। ਤੇ ਉਦੋਂ ਜਸਟਿਨ ਟਰੂਡੋ ਨੇ ਪੋਲਿਟਿਕਸ ਦਾ ਟੈਂਪਰੇਚਰ ਦੇਖ ਕੇ, ਤਾਪਮਾਨ ਦੇਖ ਕੇ, ਉਹਨਾਂ ਨੇ ਉਦੋਂ ਕਿਹਾ ਕਿ ਇਹਨੂੰ 75% ਕਰੀਏ, ਪਰ ਬਿਲ ਮੋਰਨੋ ਨੇ ਉਹਦੀ ਮੁਖਾਲਫਤ ਕੀਤੀ। ਠੀਕ ਹੈ ਜੀ। ਦੂਸਰਾ ਗੱਲ ਹੋਈ ਕਿ ਜਿਹੜੀ ਤੁਸੀਂ ਕਿਹਾ ਸੀ ਕਿ ਜਿਹੜੀ ਲੈਜਿਸਲੇਸ਼ਨ ਇੱਕ ਸੀਗੀ, ਉਹਨਾਂ ਨੇ ਪਹਿਲਾਂ ਜਦੋਂ ਬਿੱਲ ਪਾਸ ਕਰਾਉਣਾ ਸੀ ਨਾ ਵਿਜੇ, ਇੱਕ ਸੀਗਾ ਕਿ 2021 ਦਸੰਬਰ ਤੱਕ ਸਰਕਾਰ ਨੂੰ ਫ੍ਰੀ ਹੈਂਡ ਮਿਲ ਜਾਣਾ ਸੀ, ਬਲੈਂਕ ਚੈੱਕ ਮਿਲ ਜਾਵੇ, ਕੋਈ ਵੀ ਨਵਾਂ ਟੈਕਸ ਲਗਾ ਸਕਦੇ ਹੋ, ਕੋਈ ਵੀ ਨਵਾਂ ਖਰਚਾ ਕਰ ਸਕਦੇ ਹੋ, ਜਿਹਦੀ ਆਪੋਜੀਸ਼ਨ ਨੇ ਵੀ ਬਹੁਤ ਤਗੜੀ ਮੁਖਾਲਫਤ ਕੀਤੀ ਸੀ। ਤੇ ਟਰੂਡੋ ਨੇ ਉਦੋਂ ਕਹਿੰਦੇ ਕਿ ਟਰੂਡੋ ਨੇ ਫੋਰਸ ਕਰਕੇ ਬਿਲ ਮੋਰਨੋ ਨੂੰ ਕਿਹਾ, ਮਨਾਇਆ ਕਿ ਇਹ ਤੁਸੀਂ ਵਾਪਸ ਲੈ ਲਓ, ਨਹੀਂ ਤਾਂ ਇਹ ਬਿੱਲ ਪਾਸ ਨਹੀਂ ਹੋਣਾ। ਠੀਕ ਹੈ ਜੀ। ਦੂਜੀ ਗੱਲ ਇਹ ਹੋਈ। ਇੱਕ ਤੀਜੀ ਗੱਲ ਇਹ ਹੈ ਕਿ ਜਿਹੜਾ CERB ਨੂੰ ਕਹਿੰਦੇ ਸੀਗੇ ਕਿ EI ਦੇ ਵਿੱਚ ਇਵੋਲਵ ਕਰਨਾ, ਉਹਦੇ ਵਿੱਚ ਵੀ ਤੁਸੀਂ, ਮੈਂ ਦੱਸੂਗਾ, ਮੈਂ ਤੈਨੂੰ ਮੈਂਸ਼ਨ ਇੱਦਾਂ ਕਿਉਂ ਕਰ ਰਿਹਾ, ਕਿ ਟਰੂਡੋ ਕਹਿੰਦੇ ਸੀਗੇ ਕਿ ਪ੍ਰੀਮੀਅਮਸ ਦੇ ਉੱਤੇ 2 ਸਾਲ ਦਾ ਫਰੀਜ਼ ਹੋਵੇ, ਤੇ ਮੋਰਨੋ ਕਹਿੰਦੇ ਸੀ 1 ਸਾਲ ਦਾ ਹੋਵੇ। ਹੁਣ ਤਿੰਨਾਂ ਗੱਲਾਂ ਦੇ ਵਿੱਚ ਹੀਰੋ ਕੌਣ ਹੈ? ਜਸਟਿਨ ਟਰੂਡੋ। ਤੇ ਪਰ ਹੁਣ ਇਹ ਸਟੇਟਮੈਂਟ ਕਿੱਥੋਂ ਆਈ ਹੈ? ਐਗਜ਼ੈਕਟਲੀ। ਸੋ ਜਿਹੜੇ ਕਹਿ ਰਹੇ ਕਿ ਇਹ ਸੂਤਰਾਂ ਤੋਂ ਆਈ ਆ, ਸੋ ਇਹ ਤਾਂ ਕਲੀਅਰ ਹੋ ਗਿਆ, ਜਿਹੜੇ ਇਹ ਸੂਤਰ ਹੈਗੇ ਆ, ਇਹ ਡੈਫੀਨਿਟਲੀ PMO ਦੇ ਨੇ, ਪ੍ਰਾਈਮ ਮਿਨਿਸਟਰ ਦਫ਼ਤਰ ਦੇ ਸੂਤਰ ਨੇ। ਜਿਹੜੀ ਅਸੀਂ ਪਹਿਲਾਂ ਗੱਲ ਕੀਤੀ ਸੀ ਕਿ ਹੁਣ ਇਹ ਮੀਡੀਆ ਦੇ ਵਿੱਚ ਖਬਰਾਂ ਲਵਾਈਆਂ ਜਾ ਰਹੀਆਂ, ਸੋ ਮੇਬੀ ਇਹ PMO ਤੋਂ ਹੀ ਇਹ ਖਬਰਾਂ ਜਿਹੜੀਆਂ ਮੀਡੀਆ ਦੇ ਵਿੱਚ ਦਿੱਤੀਆਂ ਜਾ ਰਹੀਆਂ, ਇੱਕ ਮਾਹੌਲ ਇਹੋ ਜਿਹਾ ਬਣਾਇਆ ਜਾ ਰਿਹਾ ਬਿਲ ਮੋਰਨੋ ਦੇ ਖਿਲਾਫ। ਤੇ ਪਹਿਲਾਂ ਜਿਹੜੀ ਗੱਲ ਉੱਠਦੀ ਸੀ ਕਿ ਸ਼ਾਇਦ ਬਰਦੀਸ਼ ਚੱਗੜ ਕੁਡ ਬੀ ਦ ਸਕੇਪਗੋਟ, ਹੁਣ ਉਹ ਗੱਲ ਜਿਹੜੀ ਆ ਉਹ ਬਿਲ ਮੋਰਨੋ ਵੱਲ ਆਉਂਦੀ ਜਾਪਦੀ। ਅੱਛਾ, ਸਪੀਕਿੰਗ ਆਫ ਬਰਦੀਸ਼ ਚੱਗੜ, ਅੱਜ ਈਸਟਰਨ ਸਮੇਂ ਮੁਤਾਬਕ 2 ਵਜੇ, ਸੋ ਆਪਣੇ ਕਿੰਨੇ 11 ਵਜੇ 11 12 1 2 ਹਾਂ 11 ਵਜੇ, ਸੋ ਆਪਣੇ 11 ਵਜੇ ਐਥਿਕਸ ਕਮੇਟੀ ਮੂਹਰੇ ਉਹਨਾਂ ਦੀ ਵੀ ਪੇਸ਼ੀ ਆ ਅੱਜ, ਨਾਲੇ ਕਾਰਲਾ ਕੋਲਟਰੋ ਦੀ ਆ। ਹਾਂ, ਤੇ ਉਹ ਕੱਲ ਕਾਰਲਾ ਕੋਲਟਰੋ ਨੇ ਫਾਈਨੈਂਸ ਕਮੇਟੀ ਮੂਹਰੇ ਪੇਸ਼ ਹੋਣਾ। ਨਹੀਂ, ਉਹਨਾਂ ਦੀ ਅੱਜ ਐਥਿਕਸ ਕਮੇਟੀ ਦੇ ਸਾਹਮਣੇ ਵੀ ਆ। ਓਕੇ। ਤੇ ਨਾਲ ਹੀ ਈਅਨ ਸ਼ੂਗਰ ਦੀ ਵੀ ਅੱਜ, ਹਾਂ, ਜਿਹੜੇ ਸੋ ਇਹ ਤਿੰਨਾਂ ਦੀ ਅੱਜ ਐਥਿਕਸ ਕਮੇਟੀ ਦੇ ਸਾਹਮਣੇ, ਪ੍ਰੀਵੀ ਕਾਉਂਸਲ ਵਾਲੇ ਕਲਰਕ ਜਿਹੜੇ। ਸੋ ਇਹ ਜਿਹੜੀ ਆਲਰੇਡੀ ਵੀ ਚੈਰਿਟੀ ਨੂੰ ਲੈ ਕੇ ਬਾਕੀ ਜਿਹੜੀ ਗੱਲਬਾਤ, ਤਫਤੀਸ਼ ਹੈ, ਵੱਖੋ ਵੱਖਰੀ ਕਮੇਟੀਆਂ ਦੀ ਤਫਤੀਸ਼, ਐਥਿਕਸ ਕਮਿਸ਼ਨਰ ਦੀ ਤਫਤੀਸ਼, ਉਹ ਚੱਲ ਰਹੀ ਹੈ। ਇੱਕ ਗੱਲ ਜਿਹੜੀ ਹੋਰ ਆਈ, ਕਹਿੰਦੇ ਵੀ ਜੀ ਪ੍ਰਾਈਮ ਮਿਨਿਸਟਰ ਨੂੰ ਬਹੁਤ ਝਟਕਾ ਉਦੋਂ ਲੱਗਾ ਜਦੋਂ ਬਿਲ ਮੋਰਨੋ ਦੀ ਪੇਸ਼ੀ ਸੀ ਆ ਫਾਈਨੈਂਸ ਕਮੇਟੀ ਦੇ ਸਾਹਮਣੇ, ਤੇ ਉਹਨਾਂ ਨੇ ਕਿਹਾ ਵੀ 3 ਸਾਲ ਪਹਿਲਾਂ ਦਾ $41,000 ਦਾ ਖਰਚਾ ਜਿਹੜਾ ਵੀ ਆਰਗੇਨਾਈਜੇਸ਼ਨ ਨੂੰ ਮੈਂ ਪੇ ਨਹੀਂ ਕੀਤਾ। ਕਹਿੰਦੇ ਇਸ ਗੱਲ ਤੋਂ ਪ੍ਰਧਾਨ ਮੰਤਰੀ ਬਹੁਤ ਖਫਾ ਹੋਏ, ਕਹਿੰਦੇ ਉਹਨਾਂ ਨੂੰ ਵੀ ਜਾਣਕਾਰੀ ਨਹੀਂ ਸੀ, ਤੇ PMO ਨੂੰ ਇੱਕਦਮ ਗੱਲ ਦਾ ਅਚੰਭਾ ਹੋਇਆ ਕਿ ਇਹ ਕਿੱਥੋਂ ਗੱਲ ਕੱਢ ਲਈ। ਉਹਨਾਂ ਨੇ ਪਹਿਲਾਂ ਕੌਨਫੀਡੈਂਸ ਨਹੀਂ ਲਿਆ ਪ੍ਰਾਈਮ ਮਿਨਿਸਟਰ ਨੂੰ, ਸੋ ਇਸ ਗੱਲ ਤੇ ਮੇਨ ਉਹ ਖਫਾ ਹੋਏ। ਸੋ ਕਹਿੰਦੇ ਇਹਦੇ ਕਰਕੇ ਆਪਸ ਵਿੱਚ ਦੋਨਾਂ ਦਾ ਕਲੈਸ਼ ਹੋਇਆ, ਤੇ ਮਾਰਕ ਕਾਰਨੀਏ ਹੁਣ ਉਹਨਾਂ ਨੂੰ ਕਿਉਂਕਿ ਲੈ ਆਉਂਦਾ ਗਿਆ ਹੈ ਐਜ਼ ਅ ਸਪੈਸ਼ਲ ਐਡਵਾਈਜ਼ਰ, ਤੇ ਉਹ ਐਜ਼ ਯੂ ਸੈਡ ਅਨਅਫੀਸ਼ੀਅਲ ਕਪੈਸਿਟੀ ਦੇ ਵਿੱਚ ਨੇ, ਪਰ ਕੋਈ ਵਾਸੂ ਮੈਨੂੰ ਹੈਰਾਨੀ ਨਹੀਂ ਹੋਣੀ ਕਿ ਆਉਂਦੇ ਸਮੇਂ ਦੇ ਵਿੱਚ ਕੋਈ ਅਜਿਹੀ ਪੋਲੀਟੀਕਲ ਤਿਕੜਮਬਾਜ਼ੀ ਤੇ ਕੈਲਕੂਲੇਸ਼ਨ ਕਰਕੇ ਇਹੋ ਜਿਹਾ ਕੰਮ ਹੋਵੇ ਕਿ ਆਉਂਦੇ ਕੁਝ ਹਫ਼ਤਿਆਂ ਦੇ ਵਿੱਚ ਮਾਰਕ ਕਾਰਨੀਏ ਜੇ ਬਣ ਗਏ ਫਾਈਨੈਂਸ ਮਿਨਿਸਟਰ ਕੈਨੇਡਾ ਦੇ, ਤੇ ਉਹ ਕੋਈ ਮੇਰੇ ਖਿਆਲ ਫਾਰ ਫੈਚਡ ਹੈ, ਪਰ ਐਡੇ ਵੀ ਦੂਰ ਦਾ ਖਿਆਲ ਨਹੀਂ ਹੈ ਇਹ। ਤੇ ਵਿਜੇ ਤੁਸੀਂ ਦੇਖੋ ਜਿਹੜੀ ਮੀਡੀਆ ਰਿਪੋਰਟਸ ਆਈਆਂ ਉਹਨਾਂ ਦੇ ਵਿੱਚ ਜਿਹੜੇ ਪਹਿਲਾਂ 3 ਪੁਆਇੰਟ ਦੱਸੇ, ਟਰੂਡੋ ਨੂੰ ਹੀਰੋ ਬਣਾਇਆ ਗਿਆ, ਉਸ ਤੋਂ ਬਾਅਦ ਮੋਰਨੋ ਦੇ ਦੇਖੋ ਤੁਸੀਂ ਟੂਵਰਡਸ ਦ ਐਂਡ ਆਫ ਦੋਜ਼ ਆਰਟੀਕਲਸ, ਮੋਰਨੋ ਦੇ ਬੈਕ ਟੂ ਬੈਕ ਲਿਖਿਆ ਇਹਨਾਂ ਨੇ 2017 ਚ ਇਹ ਕੀਤਾ, ਇਹਨਾਂ ਨੇ ਆਹ ਵਾਇਲੇਸ਼ਨ ਕੀਤੀ, ਉਹ ਵਾਇਲੇਸ਼ਨ ਕੀਤੀ, ਜਿਹੜਾ ਇਹਨਾਂ ਦਾ ਮੋਰਨੋ ਸ਼ਪੈਲ ਇੰਕ ਦੇ ਵਿੱਚ ਜਿਹੜੇ ਇਹਨਾਂ ਦੇ ਸ਼ੇਅਰ ਸੀਗੇ ਬਲਾਈਂਡ ਟਰਸਟ ਨਹੀਂ ਸੀ ਪਾਏ ਉਦੋਂ। ਹਾਂ, ਉਹ ਬਾਅਦ ਵਿੱਚ ਕਹਿੰਦੇ ਪਹਿਲਾਂ ਪ੍ਰੋਮਿਸ ਕੀਤਾ ਸੀ ਪਾਉਂਗਾ, ਫਿਰ ਮਿਨਿਸਟਰ ਬਣ ਗਏ ਪਰ ਪਾਏ ਨਹੀਂ ਸੀ, ਫਿਰ ਆਪੋਜੀਸ਼ਨ ਦਾ ਦਬਾਅ ਪਿਆ, ਫਿਰ ਇਹਨਾਂ ਨੇ ਬਲਾਈਂਡ ਟਰਸਟ ਪਾਏ। ਸੋ ਪੁਰਾਣੇ ਸਾਰੇ ਇਹਨਾਂ ਨੇ ਮੁਰਦੇ ਜਿਹੜੇ ਸੀਗੇ ਗੜੇ ਹੋਏ ਖਾੜ ਲਏ, ਤੇ
ਉਹ ਹੁਣ ਇੱਕ ਮਾਹੌਲ ਬਣਾਇਆ ਜਾ ਰਿਹਾ। ਪਰ ਵਾਸੂ ਗੱਲ ਇਹ ਆ ਕਿ ਜੇ ਖਤਰੇ ਦੇ ਬੱਦਲ ਮੰਡਰਾਉਂਦੇ ਨੇ ਬਿਲ ਮੋਰਨੋ ਦੇ ਉੱਪਰ, ਤਾਂ ਉਹਦੇ ਕੁਝ ਨਾ ਕੁਝ ਜਿਹੜੇ ਛਿੱਟੇ ਨੇ ਉਹ ਪ੍ਰਧਾਨ ਮੰਤਰੀ ਦੇ ਉੱਪਰ ਵੀ ਪੈਣਗੇ, ਪੈ ਚੁੱਕੇ ਨੇ। ਇੰਨਾ ਆਸਾਨ ਨਹੀਂ ਹੋਣਾ, ਛਿੱਟਿਆਂ ਦਾ ਕੀ ਰਹਿ ਜਾਏ। ਹਾਂ, ਪਰ ਇੰਨਾ ਆਸਾਨ ਨਹੀਂ ਹੋਣਾ। ਹੁਣ ਉਹ ਜਿਹੜਾ ਬੱਦਲ ਹੈ ਫਿਰ ਉਹ ਕਿੰਨੀ ਤੇਜ਼ੀ ਨਾਲ ਵਰਦਾ ਇਹ ਨਹੀਂ ਪਤਾ। ਕਿਉਂਕਿ ਜੇ ਬਿਲ ਮੋਰਨੋ ਜਿਹੜੇ ਕਿ ਹਾਈ ਰੈਂਕਿੰਗ ਕੈਬਨਿਟ ਮਿਨਿਸਟਰ ਨੇ, ਜੇ ਬਿਲ ਮੋਰਨੋ ਵੱਲੋਂ ਕੋਈ ਕੁਤਾਹੀ ਹੋਈ ਹੈ ਤੇ ਕੋਈ ਇਹ ਤੇ ਹੈ ਨਹੀਂ ਕਿ ਉਹਨੇ ਪ੍ਰਾਈਮ ਮਿਨਿਸਟਰ ਤੋਂ ਆਈਸੋਲੇਸ਼ਨ ਦੇ ਵਿੱਚ ਕੰਮ ਕਰ ਰਹੇ ਸੀ ਕਿ ਪ੍ਰਾਈਮ ਮਿਨਿਸਟਰ ਨੂੰ ਜਾਂ ਪ੍ਰਾਈਮ ਮਿਨਿਸਟਰ ਦੇ ਦਫ਼ਤਰ ਨੂੰ ਉਹਦੇ ਬਾਰੇ ਪਤਾ ਹੀ ਕੁਝ ਨਹੀਂ ਸੀ। ਹੁਣ ਕੱਲ੍ਹ ਇੱਕ ਗੱਲ ਹੋਰ ਆ ਗਈ, ਆਪਾਂ ਕੱਲ੍ਹ ਉਹ ਖਬਰ ਸਾਂਝੀ ਕੀਤੀ ਸੀ ਨਾ ਕਿ ਜਿਹੜਾ MCAP ਨੂੰ ਕੰਟਰੈਕਟ ਦੇ ਦਿੱਤਾ ਸੀ ਫॉर ਜਿਹੜਾ ਕਮਰਸ਼ੀਅਲ ਰੈਂਟ ਅਸਿਸਟੈਂਸ ਵਾਲਾ ਪ੍ਰੋਗਰਾਮ ਰਨ ਕਰਨ ਲਈ। ਉਸ ਤੋਂ ਬਾਅਦ ਸਵਾਲ ਪੁੱਛੇ ਗਏ ਪ੍ਰਾਈਮ ਮਿਨਿਸਟਰ ਦੇ ਦਫ਼ਤਰ ਨੂੰ ਤੇ ਫਾਈਨੈਂਸ ਮਿਨਿਸਟਰ ਦੇ ਦਫ਼ਤਰ ਨੂੰ ਕਿ ਕੀ ਬੀਤੇ ਮਹੀਨਿਆਂ ਦੌਰਾਨ ਤੁਹਾਡੀ ਰੋਬਰਟ ਸਿਲਵਰ ਦੇ ਨਾਲ ਗੱਲਬਾਤ ਹੋਈ। ਰੋਬਰਟ ਸਿਲਵਰ ਕੌਣ ਨੇ? MCAP ਦੇ ਉੱਚ ਅਹੁਦੇਦਾਰ ਤੇ ਸੀਨੀਅਰ ਵਾਈਸ ਪ੍ਰੈਜ਼ੀਡੈਂਟ ਤੇ ਪ੍ਰਾਈਮ ਮਿਨਿਸਟਰ ਦੇ ਜਿਹੜੇ ਚੀਫ ਆਫ ਸਟਾਫ ਨੇ KT ਟੈਲਫੋਰਡ, ਉਹਨਾਂ ਦੇ ਹਸਬੈਂਡ। ਹੁਣ PMO ਨੇ ਤੇ ਦੂਜੇ ਪਾਸਿਓਂ ਫਾਈਨੈਂਸ ਮਿਨਿਸਟਰ ਦੇ ਦਫ਼ਤਰ ਨੇ ਇਹਦਾ ਕੋਈ ਸਪਸ਼ਟ ਜਵਾਬ ਨਹੀਂ ਦਿੱਤਾ। ਤੇ ਉਹਨਾਂ ਨੇ ਸਿਰਫ ਇੱਕ ਹੀ ਗੱਲ ਕੀਤੀ, ਕਹਿੰਦੇ ਕਿ KT ਟੈਲਫੋਰਡ, ਇਹ PMO ਦਾ ਇਹ ਬਿਆਨ ਸੀ ਕਿ KT ਟੈਲਫੋਰਡ ਨੇ ਇਸ ਡਿਸੀਜਨ ਦੇ ਵਿੱਚ ਕੋਈ ਪਾਰਟਿਸਿਪੇਸ਼ਨ ਨਹੀਂ ਸੀ ਉਹਨਾਂ ਦੀ, ਉਹਨਾਂ ਨੇ ਆਪਣੇ ਆਪ ਨੂੰ ਰਿਕਿਊਜ਼ ਕੀਤਾ ਸੀ।